ਆਨੰਦਪੁਰ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਹੀ ਸਵੇਰੇ ਅਤੇ ਸ਼ਾਮ ਦੀਵਾਨ ਲਗਾ ਕੇ ਦੇਸ਼ ਪ੍ਰਦੇਸ਼ ਤੋਂ ਆਈਆਂ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਦੇ। ਸਵੇਰ ਦੇ ਦੀਵਾਨ ਵਿੱਚ ਕੀਰਤਨ ਪਾਠ ਤੇ ਉਪਦੇਸ਼ ਹੁੰਦੇ। ਸ਼ਾਮ ਦੇ ਸਮੇਂ ਇਤਿਹਾਸਕ ਪ੍ਰਸੰਗ ਪੁਰਾਤਨ ਗ੍ਰੰਥਾਂ ਦੇ ਉਲਥੇ ਕਵੀਆਂ ਪਾਸੋਂ ਸੁਣਦੇ। ਯੋਧਿਆਂ ਨੂੰ ਸ਼ਸਤਰ ਵਿੱਦਿਆ ਦੇ ਅਭਿਆਸ ਵਾਸਤੇ ਜੰਗਲ ਵਿੱਚ ਸ਼ਿਕਾਰ ਖੇਡਣ ਲੈ ਜਾਣਾ, ਰਣਜੀਤ ਨਗਾਰਾ ਵਜਾਉਣਾ ਅਤੇ ਘੋੜਿਆਂ ਨੂੰ ਯੁੱਧ ਵਿੱਚ ਸਵਾਰ ਦੇ ਇਸ਼ਾਰੇ ਨੂੰ ਸਮਝਾ ਕੇ ਵੈਰੀ ਦੇ ਦਾਵਾਂ ਘਾਵਾਂ ਤੋਂ ਬਚਣ ਦੀ ਸਿਖਲਾਈ ਦੇਣੀ ਆਦਿਕ ਆਪ ਜੀ ਦੇ ਨਿਤ ਕਰਮ ਸਨ। ਇਸ ਤਰ੍ਹਾਂ ਧਰਮ ਅਤੇ ਕਰਮ ਵਿੱਚ ਸਤਿਗੁਰ ਜੀ ਸਦਾ ਤਿਆਰ ਰਹਿੰਦੇ। ਇਹਨਾਂ ਦਿਨਾਂ ਵਿੱਚ ਹੀ ਯੁੱਧ ਦੇ ਪਿੱਛੋਂ 14 ਮਾਰਚ 1691 ਨੂੰ ਕੁਝ ਦਿਨ ਚੜ੍ਹੇ ਮਾਤਾ ਜੀਤੋ ਜੀ ਦੇ ਘਰ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ। ਘਰ-ਬਾਰ ਗੁਰਸਿੱਖਾਂ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਯਥਾਯੋਗ ਗਰੀਬਾਂ ਨੂੰ ਦਾਨ ਦਿੱਤਾ ਗਿਆ। ਜਦ ਸਾਹਿਬਜ਼ਾਦੇ ਦਾ ਨਾਮ ਰੱਖਣ ਵਾਸਤੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਆਖਿਆ ਤਾਂ ਆਪ ਜੀ ਨੇ ਫਰਮਾਇਆ, ਇਹ ਯੁੱਧ ਦੇ ਦਿਨਾਂ ਵਿੱਚ ਸਾਡੇ ਗ੍ਰਹਿ ਆਏ ਹਨ, ਇਸ ਕਰਕੇ ਇਹਨਾਂ ਦਾ ਨਾਮ ਜੁਝਾਰ ਸਿੰਘ ਰੱਖਣਾ ਠੀਕ ਹੈ। ਸੋ ਇਹ ਆਪ ਜੀ ਦੇ ਦੂਜੇ ਸਾਹਿਬਜ਼ਾਦੇ ਜੁਝਾਰ ਸਿੰਘ ਨਾਮ ਨਾਲ ਪ੍ਰਸਿੱਧ ਹੋਏ। ਬਹੁਤ ਵਰੇ ਇਸ ਤਰ੍ਹਾਂ ਸੁੱਖ ਆਨੰਦ ਨਾਲ ਬੀਤ ਗਏ। ਇਲਾਕੇ ਵਿੱਚੋਂ ਬਹੁਤ ਸਾਰੇ ਚੋਰ ਡਾਕੂ ਲੱਭ ਕੇ ਫੜ ਕੇ ਮਾਰ ਦਿੱਤੇ ਅਤੇ ਕਈ ਡਰਦੇ ਮਾਰੇ ਸ਼ਹਿਰ ਛੱਡ ਕੇ ਹੀ ਭੱਜ ਗਏ। ਭੁੱਖੇ ਮਰਦੇ ਫੇਰ ਕਈ ਵਾਪਸ ਆਨੰਦਪੁਰ ਹੀ ਆ ਗਏ। ਅਲਫ ਖਾਨ ਨਾਦੌਣ ਤੋਂ ਹਾਰ ਕੇ ਲਾਹੌਰ ਦੇ ਸੂਬੇ ਦਿਲਾਵਰ ਖਾਨ ਪਾਸ ਗਿਆ। ਉਸ ਨੂੰ ਜਾ ਕੇ ਆਪਣਾ ਸਾਰਾ ਹਾਲ ਸੁਣਾਇਆ ਕਿ ਮੈਨੂੰ ਬਾਦਸ਼ਾਹ ਨੇ ਪਹਾੜੀ ਰਾਜਿਆਂ ਤੋਂ 3 ਸਾਲ ਦਾ ਬਕਾਇਆ ਮਾਮਲਾ ਲੈਣ ਭੇਜਿਆ ਸੀ, ਪਰ ਗੁਰੂ ਜੀ ਨੇ ਉਹਨਾਂ ਦੀ ਮਦਦ ਕਰਕੇ ਮੈਨੂੰ ਮਾਮਲਾ ਨਹੀਂ ਲੈਣ ਦਿੱਤਾ, ਸਗੋਂ ਲੜਾਈ ਕਰਕੇ ਮੇਰੀ ਫੌਜ ਦੇ ਬਹੁਤ ਆਦਮੀ ਮਾਰ ਦਿੱਤੇ ਅਤੇ ਫੌਜੀ ਸਮਾਨ ਲੁੱਟ ਲਿਆ ਹੈ। ਤੂੰ ਮੇਰੀ ਮਦਦ ਕਰ, ਗੁਰੂ ਜੀ ਤੋਂ ਆਪਣੇ ਨੁਕਸਾਨ ਦਾ ਬਦਲਾ ਲਈਏ ਅਤੇ ਪਹਾੜੀ ਰਾਜਿਆਂ ਤੋਂ ਮਾਮਲਾ ਵਸੂਲ ਕਰਕੇ ਬਾਦਸ਼ਾਹ ਤੋਂ ਇਨਾਮ ਪਾਈਏ। ਅਲਫ ਖਾਂ ਤੋਂ ਸਾਰੀ ਗੱਲ ਸੁਣ ਕੇ ਦਿਲਾਵਰ ਖਾਂ ਨੇ ਬੜੇ ਕ੍ਰੋਧ ਨਾਲ ਕਿਹਾ, ਮੈਂ ਹੁਣੇ ਹੀ ਫੌਜ ਭੇਜ ਕੇ ਗੁਰੂ ਜੀ ਨੂੰ ਸਿੱਧਾ ਕਰ ਦਿੰਦਾ ਹਾਂ, ਤੂੰ ਫਿਕਰ ਨਾ ਕਰ। ਦਿਲਾਵਰ ਖਾਂ ਨੇ ਆਪਣੇ ਪੁੱਤਰ ਨੂੰ ਫੌਜ ਦੇ ਕੇ ਕਿਹਾ ਕਿ ਗੁਰੂ ਜੀ ਦੇ ਨਾਲ ਯੁੱਧ ਕਰਕੇ ਆਨੰਦਪੁਰ ਨੂੰ ਮਾਰ ਉਜਾੜ ਕੇ ਸਾਰੇ ਪਹਾੜੀ ਰਾਜਿਆਂ ਤੋਂ ਰੁਪਇਆ ਵਸੂਲ ਕਰਕੇ ਲਿਆਓ। ਇਸ ਤਰ੍ਹਾਂ ਸਾਰੀ ਗੱਲ ਸਮਝਾ ਕੇ ਦਿਲਾਵਰ ਖਾਂ ਨੇ ਆਪਣੇ ਪੁੱਤਰ ਨੂੰ ਲਾਹੌਰ ਤੋਂ ਫੌਜ ਦੇ ਕੇ ਆਨੰਦਪੁਰ ਨੂੰ ਭੇਜ ਦਿੱਤਾ। ਆਨੰਦਪੁਰ ਉੱਤੇ ਰਾਤ ਨੂੰ ਹੱਲਾ ਕਰਨ ਦੀ ਸਲਾਹ ਕਰਕੇ ਫੌਜ ਬਿਆਸਾ ਨਦੀ ਤੋਂ ਪਾਰ ਹੀ ਠਹਿਰ ਗਈ। ਜਦ 2 ਘੜੀ ਰਾਤ ਬੀਤ ਗਈ ਤਾਂ ਪਠਾਣਾ ਨੇ ਚੜ੍ਹਾਈ ਕਰ ਦਿੱਤੀ। ਜਦ ਨਦੀ ਪਾਰ ਕਰਨ ਵਾਸਤੇ ਫੌਜ ਤਿਆਰ ਹੋਈ ਤਾਂ ਸਰਦੀ ਦੇ ਕਾਰਨ ਸਭ ਦੇ ਹੱਥ ਪੈਰ ਠਰ ਗਏ। ਸੂਏ ਨੇ ਇਸ ਚੜ੍ਹਾਈ ਦੀ ਭਾਈ ਆਲਮ ਸਿੰਘ ਨੂੰ ਖਬਰ ਆਣ ਪਹੁੰਚਾਈ, ਜਿਸ ਨੇ ਉਸੇ ਸਮੇਂ ਹੀ ਸਤਿਗੁਰ ਜੀ ਨੂੰ ਸਾਰੀ ਗੱਲ ਤੋਂ ਸੁਚੇਤ ਕਰ ਦਿੱਤਾ। ਗੁਰੂ ਜੀ ਨੇ ਸ਼ੀਘਰ ਹੀ ਆਪਣੇ ਯੋਧਿਆਂ ਨੂੰ ਤਿਆਰੀ ਦਾ ਹੁਕਮ ਦੇ ਕੇ ਰਣਜੀਤ ਨਗਾਰਾ ਵਜਾ ਦਿੱਤਾ, ਜਿਸ ਨਾਲ ਸਭ ਨਗਰ ਵਾਸੀ ਆਪੋ ਆਪਣੇ ਸਥਾਨਾਂ ਤੇ ਸਾਵਧਾਨ ਹੋ ਗਏ। ਸਤਿਗੁਰੂ ਜੀ ਨੇ ਨੰਦ ਚੰਦ, ਦਇਆ ਰਾਮ ਅਤੇ ਬੀਬੀ ਵੀਰੋ ਦੇ ਪੁੱਤਰਾਂ ਆਦਿਕ ਮੁਖੀ ਯੋਧਿਆਂ ਨੂੰ ਹੁਕਮ ਦੇ ਦਿੱਤਾ ਕਿ ਆਪਣੇ ਯੋਧੇ ਲੈ ਕੇ ਅੱਗੇ ਜਾ ਕੇ ਵੈਰੀ ਉੱਤੇ ਸ਼ਸਤਰਾਂ ਦੀ ਵਰਖਾ ਕਰ ਦਿਓ। ਆਗਿਆ ਪਾ ਕੇ ਯੋਧੇ ਸ਼ਸਤਰਾਂ ਨਾਲ ਤਿਆਰ-ਬਰ ਤਿਆਰ ਹੋ ਕੇ ਧੌਂਸਾ ਤੇ ਨਗਾਰੇ ਵਜਾਉਂਦੇ ਹੋਏ ਵੈਰੀ ਦੇ ਟਾਕਰੇ ਵਾਸਤੇ ਮਾਰੋ ਮਾਰ ਕਰਦੇ ਹੋਏ ਚੜ੍ਹ ਪਏ। ਜਦ ਖਾਨਜ਼ਾਦੇ ਨੇ ਗੁਰੂ ਸਾਹਿਬ ਦੇ ਧੌਂਸਿਆਂ ਦੀ ਗੂੰਜ ਅਤੇ ਯੋਧਿਆਂ ਦੇ ਮਾਰਾ ਬਕਾਰਾ ਦੇ ਉਹਦੇ ਬੋਲ ਸੁਣੇ ਤਾਂ ਉਸ ਦਾ ਹੌਸਲਾ ਟੁੱਟ ਗਿਆ। ਇੱਕ ਤਾਂ ਪਹਿਲਾਂ ਹੀ ਉਸ ਦੇ ਜਵਾਨ ਸਰਦੀ ਨਾਲ ਸੁੰਗੜੇ ਹੋਏ, ਹੱਥਾਂ ਵਿੱਚ ਸ਼ਸਤਰ ਨਹੀਂ ਸਨ ਫੜ ਸਕਦੇ, ਪੈਰਾਂ ਨਾਲ ਭੱਜ ਨੱਠ ਨਹੀਂ ਸਨ ਸਕਦੇ। ਦੂਸਰੇ ਗੁਰੂ ਜੀ ਦੇ ਦਲ ਦਾ ਇੱਕ ਵਾਰ ਜ਼ੋਰ ਦਾ ਰੌਲਾ ਸੁਣ ਕੇ ਖਾਨ ਸਾਹਿਬ ਭੈਭੀਤ ਹੋ ਗਏ ਅਤੇ ਇਹ ਵਿਚਾਰ ਕੇ ਕਿ ਗੁਰੂ ਜੀ ਨਾਲ ਜੰਗ ਕਰਕੇ ਇਸ ਹਾਲਤ ਵਿੱਚ ਨਾਹਕ ਮਰਨਾ ਠੀਕ ਨਹੀਂ ਹੈ। ਜੇ ਗੁਰੂ ਜੀ ਦੀ ਫੌਜ ਅੱਗੇ ਆ ਗਈ ਤਾਂ ਉਹਨਾਂ ਨੇ ਸਾਡੇ ਘੋੜੇ ਤੇ ਸ਼ਸਤਰ ਵੀ ਖੋਹ ਲੈਣੇ ਹਨ, ਇਸ ਕਰਕੇ ਵਾਪਸ ਚਲੇ ਜਾਣਾ ਠੀਕ ਹੈ। ਇਸ ਦਾ ਵਰਣਨ ਗੁਰੂ ਜੀ ਬਚਿੱਤਰ ਨਾਟਕ ਵਿੱਚ ਵੀ ਕਰਦੇ ਹਨ। ਸੋ ਇਸ ਤਰ੍ਹਾਂ ਖਾਨਜ਼ਾਦਾ ਬਿਨਾਂ ਲੜਾਈ ਕੀਤੇ ਹੀ ਗੁਰੂ ਜੀ ਤੋਂ ਡਰ ਕੇ ਭੱਜ ਗਿਆ। ਰਸਤੇ ਵਿੱਚ ਇੱਕ ਪਿੰਡ ਬਰਵਾ ਨੂੰ ਲੁੱਟ ਕੇ ਉੱਥੋਂ ਫੌਜ ਵਾਸਤੇ ਅੰਨ ਦਾਣਾ ਅਤੇ ਧਨ ਆਦਿਕ ਲੈ ਕੇ ਆਪਣੇ ਮਨ ਨੂੰ ਠੰਡਾ ਕੀਤਾ ਕਿ ਅਸੀਂ ਬੜੇ ਬਹਾਦਰ ਹਾਂ, ਜੇ ਗੁਰੂ ਜੀ ਨੂੰ ਨਹੀਂ ਤਾਂ ਇਸ ਪਿੰਡ ਨੂੰ ਤਾਂ ਫਤਿਹ ਕਰ ਹੀ ਲਿਆ ਹੈ। ਜਿਸ ਤਰ੍ਹਾਂ ਮਾਸ ਦਾ ਸਵਾਦ ਲੈਣ ਵਾਸਤੇ ਬਾਣੀਆਂ ਜੋ ਮਾਸ ਖਾ ਨਹੀਂ ਸਕਦਾ, ਰੋੜਾਂ ਨੂੰ ਤੜਕਾ ਲਾ ਕੇ ਖਾ ਲੈਂਦਾ ਹੈ, ਇਸੇ ਤਰ੍ਹਾਂ ਦਿਲਾਵਰ ਖਾਂ ਦਾ ਪੁੱਤਰ ਮਾਰਨ ਤਾਂ ਸਤਿਗੁਰੂ ਜੀ ਨੂੰ ਆਇਆ ਸੀ, ਪਰ ਉਹਨਾਂ ਨਾਲ ਕੋਈ ਪੇਸ਼ ਨਾ ਗਈ, ਗਿੱਧੀ ਹੋ ਕੇ ਭੱਜਣਾ ਪਿਆ।
ਪਰ ਅੱਗੇ ਬਰਵਾ ਪਿੰਡ ਦੇ ਵਸਨੀਕਾਂ ਉੱਤੇ ਗੁੱਸਾ ਜਾ ਕੱਢਿਆ। ਇਉਂ ਖਾਨਜ਼ਾਦਾ ਜਦ ਭੱਜ ਕੇ ਆਪਣੇ ਪਿਤਾ ਪਾਸ ਲਾਹੌਰ ਜਾ ਪਹੁੰਚਿਆ ਅਤੇ ਉਸ ਨੂੰ ਗੁਰੂ ਜੀ ਵੱਲੋਂ ਬਹੁਤ ਤਿਆਰੀ ਦੱਸ ਕੇ ਆਪਣਾ ਥੋੜਾ ਨੁਕਸਾਨ ਕਰਾ ਕੇ ਵਾਪਸ ਆਉਣ ਵਿੱਚ ਹੀ ਅਕਲਮੰਦੀ ਦੱਸੀ, ਤਾਂ ਫਿਰ ਇੱਕ ਹੁਸੈਨ ਖਾਂ ਜਰਨੈਲ ਨੇ ਆਪਣੇ ਆਪ ਨੂੰ ਗੁਰੂ ਜੀ ਨੂੰ ਜਿੱਤਣ ਵਾਸਤੇ ਪੇਸ਼ ਕੀਤਾ। ਹੁਸੈਣੀ ਦੀ ਗੱਲ ਸੁਣ ਕੇ ਦਿਲਾਵਰ ਖਾਂ ਨੇ ਉਸ ਨੂੰ ਸ਼ਾਬਾਸ਼ ਦਿੱਤੀ ਅਤੇ 2000 ਸ਼ਸਤਰਧਾਰੀ ਸੈਨਾ ਦੇ ਕੇ ਗੁਰੂ ਜੀ ਉੱਤੇ ਚੜ੍ਹਾਈ ਕਰਾ ਦਿੱਤੀ। 2000 ਸ਼ਸਤਰਧਾਰੀ ਯੋਧੇ ਲੈ ਕੇ ਹੁਸੈਨੀ ਨੇ ਬੜੇ ਜ਼ੋਰ ਨਾਲ ਚੜ੍ਹਾਈ ਕੀਤੀ। ਪਹਿਲਾਂ ਉਸਨੇ ਪਹਾੜੀ ਲੋਕਾਂ ਦੇ ਘਰਾਂ ਨੂੰ ਲੁੱਟ ਲਿਆ, ਫਿਰ ਡਡਵਾਲ ਦੇ ਰਾਜੇ ਨੂੰ ਜਿੱਤ ਕੇ ਆਪਣੇ ਅਧੀਨ ਕੀਤਾ ਅਤੇ ਹੋਰ ਵੀ ਰਾਜਪੁੱਤਰਾਂ ਨੂੰ ਕੈਦੀ ਬਣਾ ਲਿਆ। ਹੁਸੈਣੀ ਦਾ ਜ਼ੋਰ ਵੇਖ ਕੇ ਰਾਜਾ ਭੀਮ ਚੰਦ ਕਹਿਲੂਰੀਆ ਤੇ ਕਿਰਪਾਲ ਚੰਦ ਕਟੋਚੀਆ ਵੀ ਉਸ ਨੂੰ ਨਜ਼ਰਾਨਾ ਦੇ ਕੇ ਆ ਮਿਲੇ। ਹੁਸੈਣੀ ਨੇ ਲੋਕਾਂ ਪਾਸੋਂ ਅਤੇ ਰਾਜਿਆਂ ਪਾਸੋਂ ਧਨ ਲੈ ਕੇ ਆਪਣੇ ਯੋਧਿਆਂ ਦੇ ਹੌਸਲੇ ਵਧਾਉਣ ਵਾਸਤੇ ਉਹਨਾਂ ਵਿੱਚ ਹੀ ਵੰਡ ਦਿੱਤਾ। ਇਸ ਤਰ੍ਹਾਂ ਸਾਰੇ ਦੂਣ ਵਿੱਚ ਜਦ ਹੁਸੈਣੀ ਨੇ ਆਪਣਾ ਸਿੱਕਾ ਜਮਾ ਲਿਆ ਤਾਂ ਉਸਨੇ ਵਿਚਾਰਿਆ ਕਿ ਅਨੰਦਪੁਰ ਉੱਤੇ ਪੈਣਾ ਠੀਕ ਹੈ। ਇਸ ਤਰ੍ਹਾਂ ਆਪਣੇ ਬਲ ਨਾਲ ਹੁਸੈਣੀ ਨੇ ਸਾਰੇ ਪਹਾੜੀ ਰਾਜੇ ਆਪਣੇ ਹਮਾਇਤੀ ਕਰਕੇ ਅਨੰਦਪੁਰੀ ਉੱਤੇ ਧਾਵਾ ਬੋਲ ਕੇ ਮਰਨ ਮਾਰਨ ਦੀ ਵਿਉਂਤ ਬਣਾ ਲਈ। ਇੱਧਰ ਆਨੰਦ ਚੰਦ ਆਦਿਕ ਮਸੰਦਾ ਨੇ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ ਕਿ ਸਾਰੇ ਪਹਾੜੀ ਰਾਜੇ ਹੁਸੈਨੀ ਨਾਲ ਮਿਲ ਗਏ ਹਨ, ਉਸ ਦੀ ਬਹੁਤ ਤਾਕਤ ਹੋ ਗਈ ਹੈ, ਤੁਸੀਂ ਗੁਰੂ ਜੀ ਨੂੰ ਸਮਝਾਓ ਕਿ ਹੁਣ ਕੁਝ ਧਨ ਦੇ ਕੇ ਸੁਲ੍ਹਾ ਕਰ ਲੈਣ, ਇਸ ਵੇਲੇ ਦੁਸ਼ਮਣ ਨਾਲ ਟੱਕਰ ਲੈਣੀ ਠੀਕ ਨਹੀਂ ਹੈ। ਜਦ ਮਾਤਾ ਜੀ ਨੇ ਅਤੇ ਮਸੰਦਾ ਨੇ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਹੁਸੈਨੀ ਨਾਲ ਮੇਲ ਕਰਨ ਵਾਸਤੇ ਆਖਿਆ ਤਾਂ ਅੱਗੋਂ ਸਤਿਗੁਰੂ ਜੀ ਨੇ ਗਰਜ ਕੇ ਕਿਹਾ ਕਿ ਅਸਾਂ ਇਹਨਾਂ ਦੀਆਂ ਜੜ੍ਹਾਂ ਪੁੱਟ ਦੇਣੀਆਂ ਹਨ, ਇਹਨਾਂ ਦੇ ਰਾਜ ਕਾਜ ਸਭ ਬਰਬਾਦ ਕਰ ਦੇਣੇ ਹਨ, ਆਪਣੇ ਸਿੱਖਾਂ ਤੋਂ ਅਸਾਂ ਰਾਜ ਕਰਾਉਣਾ ਹੈ। ਕੀ ਹੋਇਆ ਜੇ ਹੁਸੈਣੀ ਨੇ ਬਹੁਤਾ ਦਲ ਇਕੱਠਾ ਕਰ ਲਿਆ ਹੈ, ਜਦ ਉਹ ਸਾਡੇ ਸਾਹਮਣੇ ਆਵੇਗਾ ਤਾਂ ਤੁਸੀਂ ਵੇਖਣਾ ਕਿ ਅਕਾਲ ਪੁਰਖ ਕੀ ਖੇਡ ਰਚਾਉਂਦੇ ਹਨ। ਹੁਸੈਣੀ ਸਾਡੇ ਨੇੜੇ ਨਹੀਂ ਆ ਸਕੇਗਾ। ਇਹ ਬਚਨਾਂ ਨਾਲ ਆਪ ਜੀ ਨੇ ਦੀਵਾਨ ਆਨੰਦ ਚੰਦ ਨੂੰ ਹੁਕਮ ਕੀਤਾ ਕਿ ਤੁਸੀਂ ਯੁੱਧ ਦਾ ਸਮਾਨ ਇਕੱਠਾ ਕਰਕੇ ਦੁਸ਼ਮਣ ਨੂੰ ਅੱਗੋਂ ਰੋਕਣ ਵਾਸਤੇ ਤਿਆਰ ਹੋ ਜਾਓ ਅਤੇ ਆਪਣੇ ਜਾਸੂਸ ਭੇਜ ਕੇ ਹੁਸੈਣੀ ਦੇ ਧਾਵੇ ਦੀ ਖਬਰ ਰੱਖੋ। ਜਦ ਹੁਸੈਣੀ ਨੂੰ ਇਸ ਤਰ੍ਹਾਂ ਲੁੱਟ ਖਸੁੱਟ ਕਰਦਿਆਂ ਅਤੇ ਉਪਦਰਵ ਕਰਦਿਆਂ ਨੂੰ ਕੁਝ ਦਿਨ ਬੀਤ ਗਏ ਤਾਂ ਉਸ ਤੋਂ ਡਰ ਕੇ ਰਾਜਾ ਗੁਲੇਰੀਆ ਗੋਪਾਲ ਚੰਦ ਨੇ ਵੀ ਉਸ ਨਾਲ ਮਿਲਣ ਦੀ ਗੱਲ ਕਰ ਲਈ। ਹੁਸੈਣੀ ਤੋਂ ਡਰਦੇ ਰਾਜਾ ਗੋਪਾਲ ਚੰਦ ਗੁਲੇਰੀਏ ਨੇ ਵੀ ਆਪਣਾ ਆਦਮੀ ਭੇਜ ਕੇ ਉਸ ਨਾਲ ਮਿਲਣ ਦੀ ਆਗਿਆ ਮੰਗੀ। ਹੁਸੈਣੀ ਨੇ ਕਿਹਾ, ਜਿਸ ਤਰ੍ਹਾਂ ਭੀਮ ਚੰਦ ਆਦਿਕ ਹੋਰ ਪਹਾੜੀ ਰਾਜੇ ਧਨ ਦੇ ਕੇ ਮੈਨੂੰ ਆ ਮਿਲੇ ਹਨ, ਤੂੰ ਵੀ ਧਨ ਲੈ ਕੇ ਆ ਮਿਲ। ਜਦ ਰਾਜਾ ਗੋਪਾਲ 4000 ਰੁਪਇਆ ਲੈ ਕੇ ਹੁਸੈਣੀ ਨੂੰ ਆ ਮਿਲਿਆ ਤਾਂ ਕਿਰਪਾਲ ਕਟੋਚੀਏ ਨੇ, ਜਿਸ ਦੀ ਗੋਪਾਲ ਨਾਲ ਕੁਝ ਅਣਬਣ ਸੀ, ਹੁਸੈਣੀ ਨੂੰ ਚੁੱਕ ਦਿੱਤਾ ਕਿ ਇਹ ਰੁਪਇਆ ਥੋੜਾ ਹੈ, ਇਸ ਤੋਂ ਰੁਪਇਆ ਹੋਰ ਲਵੋ। ਇਸ ਦੇ ਨਾਲ ਹੀ ਕਿਰਪਾਲ ਨੇ ਹੁਸੈਣੀ ਨੂੰ ਇਸ਼ਾਰਾ ਕਰ ਦਿੱਤਾ ਕਿ ਇਸ ਨੂੰ ਫੜ ਲਵੋ, ਜਦ ਇਹ 4 ਸਾਲ ਦਾ ਪੂਰਾ ਮਾਮਲਾ 10,000 ਦੇ ਦੇਵੇਗਾ ਤਾਂ ਫਿਰ ਇਸ ਨੂੰ ਛੱਡਣਾ। ਜਦ ਇਹ ਇਸ਼ਾਰਾ ਦੂਰ ਅੰਦੇਸ਼ ਗੋਪਾਲ ਨੇ ਵੀ ਦੇਖ ਕੇ ਸਮਝ ਲਿਆ ਤਾਂ ਉਸਨੇ ਬੜੀ ਅਧੀਨਗੀ ਨਾਲ ਹੁਸੈਣੀ ਨੂੰ ਕਿਹਾ ਕਿ ਤੁਸੀਂ ਨਾਰਾਜ਼ ਨਾ ਹੋਵੋ, ਮੈਂ ਘਰੋਂ ਜਾ ਕੇ ਤੁਹਾਨੂੰ ਰੁਪਇਆ ਪੂਰਾ 10,000 ਲਿਆ ਦਿੰਦਾ ਹਾਂ। ਇਸ ਤਰ੍ਹਾਂ ਆਗਿਆ ਲੈ ਕੇ ਗੋਪਾਲ ਆਪਣਾ 4000 ਰੁਪਇਆ ਵੀ ਵਾਪਸ ਲੈ ਗਿਆ ਅਤੇ ਘਰ ਜਾ ਕੇ ਆਪਣੇ ਕਿਲੇ ਵਿੱਚ ਆਕੀ ਹੋ ਕੇ ਬੈਠ ਗਿਆ। ਜਦ ਹੁਸੈਣੀ ਨੂੰ ਗੋਪਾਲ ਦੀ ਇਸ ਚਲਾਕੀ ਦਾ ਪਤਾ ਲੱਗਾ ਤਾਂ ਉਸਨੇ ਕ੍ਰੋਧ ਨਾਲ ਫੌਜ ਲੈ ਕੇ ਗੋਪਾਲ ਦੇ ਕਿਲੇ ਨੂੰ ਜਾ ਘੇਰਾ ਪਾਇਆ। ਗੋਪਾਲ ਨੇ ਤੰਗ ਆਣ ਕੇ ਆਪਣਾ ਵਜ਼ੀਰ ਗੁਰੂ ਜੀ ਪਾਸ ਭੇਜ ਕੇ ਉਹਨਾਂ ਤੋਂ ਮਦਦ ਮੰਗੀ ਅਤੇ ਬੇਨਤੀ ਕੀਤੀ ਕਿ ਮੇਰੀ ਭੀਮ ਚੰਦ ਹੋਰਾਂ ਨਾਲ ਸੁਲ੍ਹਾ ਕਰ ਦਿਓ, ਜਿਸ ਦੇ ਉੱਤਰ ਵਿੱਚ ਸਤਿਗੁਰੂ ਜੀ ਨੇ ਭਾਈ ਸੰਗਤੀਆ ਸਿੰਘ ਨੂੰ 7 ਸਵਾਰ ਦੇ ਕੇ ਗੋਪਾਲ ਦੀ ਮਦਦ ਵਾਸਤੇ ਹੁਸੈਣੀ ਤੇ ਭੀਮ ਚੰਦ ਹੋਰਾਂ ਨਾਲ ਸੁਲ੍ਹਾ ਕਰਾਉਣ ਵਾਸਤੇ ਭੇਜ ਦਿੱਤਾ। ਸੰਗਤੀਆ ਸਿੰਘ ਨੇ ਕਿਰਪਾਲ ਚੰਦ ਆਦਿਕ ਪਹਾੜੀ ਰਾਜਿਆਂ ਪਾਸ ਪਹੁੰਚ ਕੇ ਗੋਪਾਲ ਨਾਲ ਸੁਲ੍ਹਾ ਕਰਾਉਣ ਦੀ ਗੱਲਬਾਤ ਕੀਤੀ। ਕਿਰਪਾਲ ਚੰਦ ਹੋਰਾਂ ਨੇ ਭਾਈ ਸੰਗਤੀਆ ਸਿੰਘ ਨੂੰ ਧਰਮ ਦਾ ਨਾਮ ਲੈ ਕੇ ਯਕੀਨ ਦਿਵਾਇਆ ਕਿ ਗੋਪਾਲ ਆਪ ਆਣ ਕੇ ਸਾਡੇ ਨਾਲ ਸੁਲ੍ਹਾ ਦੀ ਗੱਲਬਾਤ ਕਰ ਲਵੇ, ਅਸੀਂ ਵੀ ਆਪਸ ਵਿੱਚ ਲੜਨਾ ਨਹੀਂ ਚਾਹੁੰਦੇ। ਜਦ ਉਹਨਾਂ ਦੀ ਗੱਲ ਮੰਨ ਕੇ ਸੰਗਤੀਆ ਸਿੰਘ ਰਾਜਾ ਗੋਪਾਲ ਨੂੰ ਕਿਰਪਾਲ ਚੰਦ ਹੋਰਾਂ ਪਾਸ ਸੁਲ੍ਹਾ ਕਰਨ ਵਾਸਤੇ ਲੈ ਗਿਆ ਤਾਂ ਉਹਨਾਂ ਨੇ ਬੇਈਮਾਨ ਹੋ ਕੇ ਉਸ ਨੂੰ ਕੈਦ ਕਰਨਾ ਚਾਹਿਆ, ਪਰ ਗੋਪਾਲ ਉਹਨਾਂ ਦੀ ਫਿਰ ਬੇਈਮਾਨੀ ਨੂੰ ਤਾੜ ਕੇ ਭੱਜ ਕੇ ਆਪਣੇ ਫੌਜੀ ਡੇਰੇ ਵਿੱਚ ਆ ਗਿਆ। ਇਹਨਾਂ ਦੀ ਇਸ ਧਰਮ ਹਾਰ ਕੇ ਬੇਈਮਾਨ ਹੋਣ ਦੀ ਗੱਲ ਉੱਤੇ ਸੰਗਤੀਆ ਸਿੰਘ ਨੂੰ ਗੁੱਸਾ ਆਇਆ। ਇਸ ਕਰਕੇ ਰਾਜਾ ਗੋਪਾਲ
ਗੁਲੇਰੀਆ, ਰਾਮ ਸਿੰਘ ਜਸਵਾਲੀਆ ਅਤੇ ਸੰਗਤੀਆ ਸਿੰਘ ਦੀ ਰਾਜਾ ਕਿਰਪਾਲ ਚੰਦ, ਭੀਮ ਚੰਦ ਅਤੇ ਹੁਸੈਣੀ ਨਾਲ ਟੱਕਰ ਹੋ ਗਈ, ਜਿਸ ਵਿੱਚ ਬਹੁਤ ਸਾਰੇ ਸੂਰਮੇ ਮਾਰੇ ਗਏ। ਸੰਗਤੀਆ ਸਿੰਘ ਆਪਣੇ 7 ਸਾਥੀਆਂ ਸਹਿਤ ਸ਼ਹੀਦ ਹੋ ਗਿਆ। ਦੂਜੇ ਪਾਸੇ ਹੁਸੈਣੀ ਅਤੇ ਕਿਰਪਾਲ ਚੰਦ ਆਪਣੇ 2 ਪਹਾੜੀ ਸੈਨਾਪਤੀਆਂ ਹਿੰਮਤ ਤੇ ਕਿੰਮਤ ਸਹਿਤ ਵੀ ਮਾਰੇ ਗਏ। ਸਰਦਾਰਾਂ ਦੇ ਮਰਨ ਨਾਲ ਵੈਰੀ ਦਲ ਦੇ ਪੈਰ ਉਖੜ ਗਏ ਅਤੇ ਭੱਜੇ ਜਾਂਦਿਆਂ ਨੇ ਪਿੱਛੇ ਭੌਂਕੇ ਨਾ ਵੇਖਿਆ। ਇਸ ਤਰ੍ਹਾਂ ਵੈਰੀ ਦਲ ਨੂੰ ਭਾਂਜ ਦੇ ਕੇ ਗੋਪਾਲ ਨੇ ਜਿੱਤ ਦੇ ਨਗਾਰੇ ਵਜਾ ਕੇ ਬੜੀਆਂ ਖੁਸ਼ੀਆਂ ਕੀਤੀਆਂ। ਇਉਂ ਜਿਹੜਾ ਹੁਸੈਣੀ ਬੜਾ ਹੰਕਾਰ ਕਰਕੇ ਆਨੰਦਪੁਰ ਨੂੰ ਫਤਿਹ ਕਰਨ ਆਇਆ ਸੀ, ਉਸ ਨੂੰ ਕਰਤਾ ਪੁਰਖ ਨੇ ਤਤਛਿਨ ਹੀ ਮਾਰ ਮੁਕਾਇਆ। ਰਾਜਾ ਕਿਰਪਾਲ ਚੰਦ ਨੇ, ਜਿਸ ਨੇ ਧਰਮ ਦੀ ਸਹੁੰ ਖਾ ਕੇ ਗੋਪਾਲ ਨੂੰ ਸੱਦਿਆ ਸੀ, ਪਰ ਉਸਨੇ ਧਰਮ ਨਾ ਨਿਭਾਇਆ, ਜਿਸ ਕਰਕੇ ਉਹ ਵੀ ਗੋਪਾਲ ਦੇ ਹੱਥੋਂ ਤਤਛਿਨ ਹੀ ਮਾਰਿਆ ਗਿਆ। ਇਸ ਤਰ੍ਹਾਂ ਫਤਿਹ ਪ੍ਰਾਪਤ ਕਰਕੇ ਗੋਪਾਲ ਨੇ ਸਤਿਗੁਰ ਜੀ ਪਾਸ ਜਾ ਕੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਯਥਾਯੋਗ ਸਨਮਾਨ ਨਾਲ ਭੇਟਾਂ ਅਰਪਣ ਕੀਤੀਆਂ। ਇਸ ਪ੍ਰਕਾਰ ਇਹ ਯੁੱਧ ਹੁਸੈਣੀ ਸਮਾਪਤ ਹੋਇਆ। ਇਸ ਯੁੱਧ ਵਿੱਚ ਹੁਸੈਣੀ ਨਾਲ ਰਾਜਾ ਭੀਮ ਚੰਦ, ਕਿਰਪਾਲ ਚੰਦ ਅਤੇ ਇਹਨਾਂ ਦੀ ਫੌਜ ਸੀ। ਦੂਜੇ ਪਾਸੇ ਰਾਜਾ ਗੋਪਾਲ, ਰਾਮ ਸਿੰਘ ਜਸਵਾਲੀਆ ਅਤੇ ਭਾਈ ਸੰਗਤੀਆ ਸਿੰਘ ਗੁਰੂ ਜੀ ਵੱਲੋਂ ਦੋਹਾਂ ਧਿਰਾਂ ਦਾ ਮੇਲ ਕਰਾਣ ਆਇਆ ਯੋਧਾ ਸੀ। ਦੋਹਾਂ ਦਲਾਂ ਵੱਲੋਂ ਕੌਣ-ਕੌਣ ਮਰਿਆ? ਹੁਸੈਣੀ ਵੱਲੋਂ ਹੁਸੈਣੀ ਆਪ, ਰਾਜਾ ਕਿਰਪਾਲ ਅਤੇ ਹਿੰਮਤ ਕਿੰਮਤ 2 ਜਰਨੈਲ ਅਤੇ ਬਹੁਤ ਸਾਰੇ ਸੂਰਮੇ ਮਾਰੇ ਗਏ। ਇਸ ਦੀ ਹਾਰ ਹੋਈ। ਗੋਪਾਲ ਦੇ ਵੱਲੋਂ ਇਸ ਦੇ ਕੁਝ ਸੈਨਿਕ ਭਾਈ ਸੰਗਤੀਆ ਸਿੰਘ ਅਤੇ ਉਸ ਦੇ ਸਾਥੀ ਯੋਧੇ ਸ਼ਹੀਦੀ ਪ੍ਰਾਪਤ ਕਰ ਗਏ। ਸਤਿਗੁਰ ਜੀ ਦੀ ਕਿਰਪਾ ਨਾਲ ਇਸ ਦੀ ਫਤਿਹ ਹੋਈ। ਗੋਪਾਲ ਦੀ ਜਿੱਤ ਹੋ ਗਈ। ਜੰਗ ਵਿਛੜ ਗਿਆ। ਯੋਧੇ ਜੰਗ ਦੀਆਂ ਗੱਲਾਂ ਯਾਦ ਕਰਦੇ ਹੋਏ ਆਪਣੇ ਘਰਾਂ ਨੂੰ ਚਲੇ ਗਏ। ਸਾਨੂੰ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ। ਸ਼ਸਤਰਾਂ ਦੇ ਬੱਦਲਾਂ ਨੇ ਵੀ ਵਰਖਾ ਕਿਸੇ ਹੋਰ ਥਾਂ ਹੀ ਕਰ ਦਿੱਤੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।